कई बार किसी को वापस मुड़न का एको ही मौका ਹੁੰਦਾ, पर ये दुनिया दो ही मौका नहीं दिंदी। ਆਪਾਂ ਗਾਲ ਨਹੀਂ ਕੱਢਦੇ, ਭੈਣ ਕਿਤੇ ਗਾਲ ਨਹੀਂ ਕੱਢੀ, ਕਿਤੇ ਗਾਲ ਨਹੀਂ ਕੱਢੀ, ਘਰੇ ਨਹੀਂ ਕੱਢਦੇ ਹੋਵਾਂਗੇ, ਬਾਹਰ ਕੱਢਦੇ ਹੋਵਾਂਗੇ। ਨਹੀਂ ਬਿੱਟੇ ਮੈਂ ਝੂਠ ਨਹੀਂ ਬੋਲਦੀ, ਹੁਣੇ ਕੋਈ ਲੈ ਗਿਆ। ਸਾਲੀ ਬਿੰਦਰੀ ਨਾਲ ਗਈ ਸੀ। ਆ ਚੱਕ 4000 8000 ਦੇਵਾਂਗਾ, 4000 ਵਾਪਸੀ ਤੇ। ਬਿੰਦਰੀਆ ਜੇ ਕੰਮ ਕਦੋਂ ਛੱਡੇਗਾ? ਪਹਿਲਾਂ ਤਾਂ ਮੈਨੂੰ ਤਾਂ ਤੁਹਾਡੇ ਜਿਹੜਾ ਵੈਬ ਸੀਰੀਜ਼ ਆ ਉਹਦਾ ਨਾਂ ਵੇਖ ਕੇ ਬੜੀ ਹੈਰਾਨੀ ਹੋਈ। ਲੋਕਾਂ ਦੇ ਵੀ ਇਤਰਾਜ਼ ਆ ਰਹੇ ਨੇ ਕਿ ਕੰਜਰ ਸ਼ਬਦ ਤੁਸੀਂ ਵਰਤਿਆ ਹੈ ਨਾ ਜੀ। ਸੱਤੀ ਨੂੰ ਕੀ ਲੱਗਦਾ ਵੀ ਕੰਜਰ ਦਾ ਅਰਥ ਕੀ ਆ? ਜਿਹੜੀਆਂ ਮਜਬੂਰੀ ਵਸ ਪੈ ਕੇ ਪੰਜਾਬ ਦੀਆਂ ਧੀਆਂ ਉੱਥੇ ਢਿੱਡ ਦੀ ਖਾਤਰ ਡਾਂਸ ਕਰਦੀਆਂ ਨੇ ਜਾਂ ਆਰਕੈਸਟਰਾ ਗਰੁੱਪ ਦੇ ਨਾਲ ਜੁੜਦੀਆਂ ਨੇ, ਤੁਸੀਂ ਉਹਨਾਂ ਨੂੰ ਇਸ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕੋਈ ਬੰਦਾ ਫਿਲਮ ਬਣਾਉਂਦਾ ਆ, ਕੋਈ ਅਸੀਂ ਚਾਹੇ ਇੰਟਰਵਿਊ ਕਰਦੇ ਆ, ਅਸੀਂ ਬੜੇ ਚਾਅ ਦੇ ਨਾਲ ਪਰਿਵਾਰ ਨੂੰ ਦੱਸਦੇ ਆ ਕਿ ਮੈਂ ਨਾ ਇਹ ਕੰਮ ਕੀਤਾ ਆ, ਇਹ ਫਲਾਣੇ ਦਿਨ ਮੇਰਾ ਟੀਵੀ ਤੇ ਆਉਣਾ ਜਾਂ ਮੇਰੀ ਫਿਲਮ ਆਉਣੀ ਹੈ। ਹੁਣ ਸੱਤੀ ਆਪਣੇ ਪਰਿਵਾਰ ਨੂੰ ਕਿਵੇਂ ਕਹੂਗਾ ਵੀ ਹਾਂ ਇਹ ਵੈਬ ਸੀਰੀਜ਼ ਵੇਖੋ ਜਾਂ ਨਾ ਵੇਖੋ? ਅਸੀਂ ਜਾਂ ਸਾਡੀ ਟੀਮ ਨਹੀਂ ਚਾਹੁੰਦੀ ਵੀ ਅਸੀਂ ਉਹਨਾਂ ਨੂੰ ਕਹੀਏ ਤੁਸੀਂ ਇਹ ਵੈਬ ਸੀਰੀਜ਼ ਘਰੇ ਬੈਠ ਕੇ ਦੇਖੋ। ਜਦੋਂ ਮੈਂ ਹੀ ਤੇਰੀ ਹੋ ਗਈ, ਹੋਰ ਦੱਸ ਕੀ ਚਾਹੀਦਾ। ਕੇਲਾ ਛਿੱਲਣ ਵਾਲਾ ਜਦੋਂ ਬਠਿੰਡੇ ਵਾਲੇ ਨੂੰ ਕਹਿਤਾ, ਉਨੀ ਕੁ ਗੱਲ ਚੁੱਭ ਗਈ। ਹੁਣ ਤੁਸੀਂ ਕਿਸੇ ਦੇ ਘਰ ਦੀਆਂ ਧੀਆਂ ਭੈਣਾਂ ਦਾ ਜਦੋਂ ਅਕਸ ਉੱਥੇ ਵਿਖਾਉਂਦੇ ਹੋ ਤਾਂ ਅਗਲੇ ਨੂੰ ਤਾਂ ਚੁਭੂਗਾ ਹੀ ਨਾ। ਦੇਬੀ ਮਖਸੂਸਪੁਰੀ ਸਾਹਿਬ ਦੀਆਂ ਲਾਈਨਾਂ ਨੇ ਕਿ ਪਿਆਰੀ ਮਾਂ ਬੋਲੀ ਜ਼ੁਬਾਨ ਦਾ ਮਸਲਾ, ਸਮਝੋ ਤਾਂ ਇੱਜ਼ਤ ਤੇ ਆਣ ਦਾ ਮਸਲਾ। ਓਏ ਸਹੁੰ ਖਾ ਕੇ ਆਪਣੀ ਕਹੋ ਗੱਲ ਦਿਲ ਦੀ, ਕਿਤੇ ਮਾਂ ਬੋਲੀ ਜਹੀ ਮਿਠਾਸ ਹੈ ਮਿਲਦੀ। ਮਾਂ ਬੋਲੀ ਨੂੰ ਲੈ ਕੇ ਅਸੀਂ ਵੇਖਦੇ ਹਾਂ ਕਿ ਸਮੇਂ-ਸਮੇਂ ਦੇ ਉੱਤੇ ਵਿਵਾਦ ਖੜੇ ਹੁੰਦੇ ਰਹੇ ਨੇ। ਅਕਸਰ ਪੰਜਾਬੀ ਗੀਤਕਾਰ ਜਾਂ ਕੋਈ ਗਾਇਕ ਜਿਹੜਾ ਇੱਦਾਂ ਦੀ ਸ਼ਬਦਾਵਲੀ ਆਪਣੇ ਗੀਤਾਂ 'ਚ ਲੈ ਕੇ ਆਉਂਦਾ ਆ ਜੋ ਕਿ ਵਿਰਸੇ ਦੇ ਵਾਰਸਾਂ ਨੂੰ, ਬੋਲੀ ਦੇ ਵਾਰਸਾਂ ਨੂੰ ਮਨਜ਼ੂਰ ਨਹੀਂ ਹੁੰਦੀ, ਫਿਰ ਵਿਵਾਦ ਉਹਨਾਂ ਗਾਇਕਾਂ ਦੇ ਗੀਤਕਾਰਾਂ ਦੇ ਘਰਾਂ ਤੱਕ ਪਹੁੰਚ ਜਾਂਦੇ ਨੇ। ਸੋ ਪਿੱਛੇ ਜੇ ਇੱਕ ਪੰਜਾਬੀ ਦੀ ਵੈਬ ਸੀਰੀਜ਼ ਜਿਹਦਾ ਟ੍ਰੇਲਰ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾਂਦਾ ਆ, ਉਸ ਤੋਂ ਬਾਅਦ ਇੱਕ ਵੱਡਾ ਵਿਵਾਦ ਉਸ ਵੈਬ ਸੀਰੀਜ਼ ਨੂੰ ਲੈ ਕੇ ਸਾਹਮਣੇ ਆਉਂਦਾ। ਕਿਹਾ ਜਾ ਰਿਹਾ ਕਿ ਉਸ ਵੈਬ ਸੀਰੀਜ਼ ਦੇ ਵਿੱਚ ਬੇਹੱਦ ਇਤਰਾਜ਼ਯੋਗ ਜਿਹੜੀਆਂ ਗੱਲਾਂ ਨੇ, ਇਤਰਾਜ਼ਯੋਗ ਡਾਇਲੌਗ ਨੇ, ਉਹ ਪੰਜਾਬੀ ਦੇ ਨਾਲ ਜੋੜ ਕੇ ਵਿਖਾਏ ਜਾ ਰਹੇ ਨੇ। ਉਹ ਵਿਵਾਦ ਦੇ ਉੱਤੇ ਖੁੱਲ੍ਹ ਕੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਨਾਲ ਮੌਜੂਦ ਨੇ ਉਸ ਵੈਬ ਸੀਰੀਜ਼ ਨੂੰ ਬਣਾਉਣ ਵਾਲੇ ਸੱਤੀ ਭਾਈ ਰੂਪਾ। ਸੱਤੀ, ਸਵਾਗਤ ਹੈ ਸਭ ਤੋਂ ਪਹਿਲਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅੱਛਾ, ਕੀ ਜ਼ਰੂਰਤ ਪੈ ਗਈ ਇੱਦਾਂ ਦੀ ਵੈਬ ਸੀਰੀਜ਼ ਬਣਾਉਣ ਦੀ ਕਿ ਹਲੇ ਵੈਬ ਸੀਰੀਜ਼ ਰਿਲੀਜ਼ ਨਹੀਂ ਹੋਈ, ਵਿਵਾਦ ਜਿਹੜਾ ਆ ਉਹ ਖੜਾ ਹੋ ਗਿਆ? ਸਭ ਤੋਂ ਪਹਿਲਾਂ ਤਾਂ ਇਹ ਜੀ, ਜਿਹੜੀ ਵੈਬ ਸੀਰੀਜ਼ ਹੈ ਇੱਕ ਨਾਵਲ 'ਤੇ ਬੇਸਡ ਹੈ ਜੀ। ਪ੍ਰਗਟ ਸਤੌਜ ਬਾਈ ਦਾ ਬਹੁਤ ਸੋਹਣਾ ਲਿਖਿਆ ਹੋਇਆ ਨਾਵਲ ਹੈ, ਨਾਚ ਫਰੋਸ਼ ਜੀ ਦਾ ਨਾਮ ਹੈ। ਅਤੇ ਇਹ ਜਿਹੜੀ ਵੈਬ ਸੀਰੀਜ਼ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਬਣਾ ਰਹੇ ਹਾਂ, ਹੱਦ ਤੱਕ ਬਣ ਗਈ ਹੈ। ਅਤੇ ਉਹਦਾ ਪ੍ਰੋਮੋ ਵੀ ਤੁਸੀਂ ਦੇਖਿਆ, ਉਹ ਲੀਕ ਵੀ ਹੋਇਆ। ਚਲੋ ਉਹ ਹੋਰ ਗੱਲਾਂ ਨੇ। ਉਹਦਾ ਜਿਹੜਾ ਵਿਸ਼ਾ ਹੈ ਉਹ ਬਹੁਤ ਹੀ ਨਿਵੇਕਲਾ ਹੈ ਅਤੇ ਅਲੱਗ ਹੈ। ਉਹਦੇ ਵਿੱਚ ਤੁਸੀਂ ਦੇਖੋਗੇ ਜਿੰਨੇ ਆਰਕੈਸਟਰਾ ਦੇ ਸੱਭਿਆਚਾਰ, ਜਿਹੜੇ ਗਰੁੱਪ ਆ ਆਰਕੈਸਟਰਾ ਦੇ ਵਿੱਚ, ਜਿੰਨੇ ਇਨਵੋਲਵ ਆਰਟਿਸਟ ਹੁੰਦੇ ਨੇ, ਇਹ ਉਹਨਾਂ ਦੀ ਲਾਈਫ ਦੀ ਕਹਾਣੀ ਹੈ, ਉਹਨਾਂ ਦੀ ਜ਼ਿੰਦਗੀ ਦੀ ਕਹਾਣੀ, ਉਹਨਾਂ ਦੀ ਕੁੜੀਆਂ ਦੀ ਕਹਾਣੀ, ਉਹਨਾਂ ਮੁੰਡਿਆਂ ਦੀ ਕਹਾਣੀ ਹੈ। ਤਾਂ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰਤ ਲੱਗੀ ਵੀ ਇਹਨੂੰ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਲੋਕ ਪੈਲਸਾਂ ਦੇ ਵਿੱਚ ਸ਼ਰਾਬਾਂ ਪੀ ਕੇ ਉਹਨਾਂ ਦੇ ਗੁੱਟ ਫੜਦੇ ਆ, ਹੱਥ ਫੜਦੇ ਆ, ਉਹ ਥੋੜ੍ਹਾ ਜਿਹਾ ਇਸ ਚੀਜ਼ ਤੋਂ ਗਰੇਜ਼ ਕਰਨ ਵੀ ਇਹਨਾਂ ਦੀਆਂ ਮਜਬੂਰੀਆਂ ਹੈ। ਜੇ ਐਂਟਰਟੇਨਮੈਂਟ ਕਰਨਾ ਹੁੰਦੇ ਤਾਂ ਸਾਡੇ ਲਈ ਇਹਦਾ ਮਤਲਬ ਇਹ ਨਹੀਂ ਅਸੀਂ ਇਹਨਾਂ ਨੂੰ ਖਰੀਦ ਲਿਆ। ਅਸੀਂ ਆਉਂਦੇ ਹਾਂ ਇਹ ਤੁਹਾਡੀ ਵੈਬ ਸੀਰੀਜ਼ ਦੇ ਵਿੱਚ ਕੀ ਕੁਝ ਆ, ਇਸ ਚੀਜ਼ 'ਤੇ ਆਉਂਦੇ ਹਾਂ। ਪਹਿਲਾਂ ਤਾਂ ਮੈਨੂੰ ਤਾਂ ਤੁਹਾਡੇ ਜਿਹੜਾ ਵੈਬ ਸੀਰੀਜ਼ ਆ ਉਹਦਾ ਨਾਂ ਵੇਖ ਕੇ ਬੜੀ ਹੈਰਾਨੀ ਹੋਈ। ਲੋਕਾਂ ਦੇ ਵੀ ਇਤਰਾਜ਼ ਆ ਰਹੇ ਨੇ ਕਿ ਕੰਜਰ ਸ਼ਬਦ ਤੁਸੀਂ ਵਰਤਿਆ ਹੈ ਨਾ ਜੀ। ਸੱਤੀ ਨੂੰ ਕੀ ਲੱਗਦਾ ਵੀ ਕੰਜਰ ਦਾ ਅਰਥ ਕੀ ਆ? ਕੰਜਰ ਦਾ ਅਰਥ ਹੈ ਜੀ ਬਸ ਜਿਹੜਾ ਲੋਕਾਂ ਲਈ ਨੱਚਦਾ, ਉਹਨਾਂ ਦਾ ਐਂਟਰਟੇਨਮੈਂਟ ਕਰਦਾ, ਉਹ ਕੰਜਰ ਹੈ। ਉਹ ਚਾਹੇ ਕੋਈ ਵੀ ਹੋ ਸਕਦਾ, ਕੋਈ ਵੀ ਤਬਕੇ ਦਾ ਕੰਮ ਕਰਦਾ। ਕਿਸਾਨ ਵੀ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਲਈ ਕੰਜਰ ਹੈ, ਹੋਰਾਂ ਲਈ ਕੰਜਰ ਹੈ। ਜਿਹੜੇ ਕੰਮ ਹੱਥੀਂ ਕਰਦੇ ਉਹਨਾਂ ਦਾ ਮੁੱਲ ਨਹੀਂ ਪੈਂਦਾ, ਉਹ ਕੰਜਰ ਹੈ। ਮਤਲਬ ਜਿਹੜੀਆਂ ਮਜਬੂਰੀ ਵਸ ਪੈ ਕੇ ਪੰਜਾਬ ਦੀਆਂ ਧੀਆਂ ਉੱਥੇ ਢਿੱਡ ਦੀ ਖਾਤਰ ਡਾਂਸ ਕਰਦੀਆਂ ਨੇ ਜਾਂ ਆਰਕੈਸਟਰਾ ਗਰੁੱਪ ਦੇ ਨਾਲ ਜੁੜਦੀਆਂ ਨੇ, ਤੁਸੀਂ ਉਹਨਾਂ ਨੂੰ ਇਸ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ? ਨਹੀਂ, ਮੈਂ ਸੰਬੋਧਨ ਨਹੀਂ ਕਰਦਾ। ਮੈਂ ਤਾਂ ਇੱਕ ਇਹ ਸ਼ਬਦ ਤਾਂ ਅਸੀਂ ਬੜਾ ਹੀ ਬੋਲਣ ਦੇ ਵਿੱਚ ਵੀ ਇੰਨਾ ਇਤਰਾਜ਼ਯੋਗ ਲੱਗਦਾ ਵੀ ਅਸੀਂ ਬੋਲਦੇ ਨਹੀਂ ਹੈਗੇ, ਠੀਕ ਹੈ। ਪਰ ਅਸੀਂ ਕਹਿ ਦਿੰਦੇ ਉਹ ਫਲਾਨਾ ਕੰਜਰਾ, ਇਹ ਬਹੁਤ ਇੱਕ ਆਪਣੇ ਆਪ 'ਚ ਗਾਲ ਹੈ।
ਤੇ ਜਦੋਂ ਅਸੀਂ ਉਹਨਾਂ ਨੂੰ ਨੱਚਦੇ ਹੋਏ ਦੇਖਦੇ ਹਾਂ ਜਾਂ ਕੁਝ ਦੇਖਦੇ ਹਾਂ, ਸਾਡੀਆਂ ਜਿਹੜੀਆਂ ਅੱਖਾਂ, ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ, ਪਰ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਹਾਂ 2 ਪੈਗ ਤੋਂ ਬਾਅਦ ਜਿਹੜੀ ਸਾਡੀ ਅੱਖਾਂ ਦੀ ਦੇਖਣੀ ਬਦਲ ਜਾਂਦੀ ਹੈ, ਠੀਕ ਹੈ, ਉਹ ਕੰਜਰਾਂ ਵਾਲੀ ਹੋ ਜਾਂਦੀ ਹੈ। ਨਾ ਤਾਂ ਕਿਤੇ ਅਸੀਂ ਹੈ ਤੇ ਨਾ ਉਹ ਆ, ਸਾਨੂੰ ਇਦਾਂ ਲੱਗਦਾ ਵੀ ਅਸੀਂ ਦੋਨੇ ਇੱਕ ਤਾਂ ਸਟੇਜ ਤੇ ਇੱਕ ਜਿਹੜੀ ਕੁਰਸੀਆਂ ਤੇ ਬੈਠੇ ਸੀ ਦੋਨੇ ਕੰਜਰ ਆ। ਮਤਲਬ ਤੁਸੀਂ ਕਿਵੇਂ ਜੱਜ ਕਰ ਲਓਗੇ ਕਿਸੇ ਨੂੰ ਵੀ 2 ਪੈਗ ਬਾਅਦ ਬੰਦਾ, ਉਹਦੀ ਹਰ ਕਿਸੇ ਬੰਦੇ ਦੀ ਨਜ਼ਰ ਜਿਹੜੀ ਆ ਉਹ ਇਸ ਤਰੀਕੇ ਦੀ ਹੋ ਜਾਂਦੀ ਹੈ? ਹਾਂ, ਕਿਉਂਕਿ ਮੈਂ ਤੁਸੀਂ ਜੇ ਮੇਰੇ ਪਿੰਡ ਤੋਂ ਪਿਛੋਕੜ ਤੋਂ ਦੇਖੋ, 2008 ਤੋਂ ਬਾਅਦ ਮੈਂ 12 ਤੱਕ ਮੈਂ ਖੁਦ ਡੀਜੇ ਚਲਾਇਆ। ਅੱਛਾ। ਤੇ ਉਹ ਚੀਜ਼ ਮੈਂ ਆਪ ਹੰਡਾਈ ਹੈ। ਮੈਂ ਕੰਪਿਊਟਰ ਤੇ ਗਾਣੇ ਚਲਾਉਂਦਾ ਹੁੰਦਾ ਸੀ, ਤਾਂ ਉਹ ਚੀਜ਼ਾਂ ਮੈਂ ਆਪ ਆਪਦੀ ਅੱਖੀਂ ਦੇਖੀਆਂ। ਤੇ ਪੜ੍ਹਾਈ ਦੇ ਨਾਲ ਨਾਲ ਮੈਂ ਮਾਸਟਰ ਕਰਨ ਤੋਂ ਬਾਅਦ ਜਦੋਂ ਇਹ ਆਇਆ ਤਾਂ ਇਹ ਵਿਸ਼ਾ ਮੇਰੇ ਦਿਮਾਗ 'ਚ ਹਮੇਸ਼ਾ ਘੁੰਮਦਾ ਹੁੰਦਾ ਸੀ ਵੀ ਯਾਰ ਇਸ ਵਿਸ਼ੇ 'ਤੇ ਕੁਛ ਕਿਉਂ ਨਹੀਂ ਬਣਦਾ, ਕਿਉਂ ਨਹੀਂ ਕੋਈ ਲੋਕ ਇਹਨਾਂ ਨੂੰ ਛੇੜਦਾ। ਤਾਂ ਕਿਸੇ ਨੇ ਮੈਨੂੰ ਰეკਮੈਂਡ ਕੀਤਾ ਵੀ ਯਾਰ ਐਂ ਕਰਕੇ ਨਾਚ ਫਰੋਸ਼ ਨਾਵਲ ਆ, ਤੂੰ ਪੜ੍ਹਿਆ? ਤਾਂ ਜਦੋਂ ਹੀ ਮੈਂ ਉਹ ਨਾਵਲ ਨੂੰ ਪੜ੍ਹਿਆ, ਪੜ੍ਹਨ ਤੋਂ ਬਾਅਦ ਹੀ ਮੈਂ ਬਾਈ ਪ੍ਰਗਟ ਨਾਲ ਸੰਪਰਕ ਕੀਤਾ। ਮੈਂ ਕਿਹਾ ਜੀ ਇਹਦੇ 'ਤੇ ਮੈਂ ਕੁਛ ਬਣਾਉਣਾ ਚਾਹੁੰਦਾ। ਉਹ ਕਹਿੰਦੇ ਖੁੱਲੀ ਛੁੱਟੀ ਹੈ, ਬਣਾ ਲਓ। ਅੱਛਾ, ਹੁਣ ਵੈਬ ਸੀਰੀਜ਼ ਬਣ ਕੇ ਤਿਆਰ ਹੋ ਗਈ ਜੀ, ਰਿਲੀਜ਼ ਹੋਣੀ ਬਾਕੀ ਹੈ ਜੀ। ਕੀ ਕਹਿ ਕੇ ਪ੍ਰਮੋਸ਼ਨ ਕਰੋਗੇ ਲੋਕਾਂ ਨੂੰ ਕਿ ਮੈਂ ਕੀ ਲੈ ਕੇ ਆ ਰਿਹਾ? ਮੈਨੂੰ ਲੱਗਦਾ ਨਹੀਂ ਵੀ ਕਹਿਣ ਦੀ ਲੋੜ ਹੈ ਵੀ ਕੀ ਲੈ ਕੇ ਆ ਰਹੇ ਹਾਂ, ਕਿਉਂਕਿ ਅਸੀਂ ਜਾਂ ਸਾਡੀ ਟੀਮ ਨਹੀਂ ਚਾਹੁੰਦੀ ਵੀ ਅਸੀਂ ਉਹਨਾਂ ਨੂੰ ਕਹੀਏ ਤੁਸੀਂ ਇਹ ਵੈਬ ਸੀਰੀਜ਼ ਘਰੇ ਬੈਠ ਕੇ ਦੇਖੋ। ਐਮਾਜ਼ੋਨ ਤੇ ਵੈਬ ਸੀਰੀਜ਼ ਨੇ, ਨੈਟਫਲਿਕਸ ਤੇ ਨੇ, ਉਹ ਕਿਉਂ ਘਰੇ ਬੈਠ ਕੇ ਦੇਖਦੇ ਕਿ ਹੋਮ ਥੀਏਟਰ ਤੇ ਲਾ ਕੇ ਘਰੇ ਦੇਖਦੇ ਆ, ਹੈੱਡਫੋਨ ਲਾ ਕੇ ਦੇਖਦੇ ਆ। ਜੇ ਉਹਨਾਂ ਨੂੰ ਕੁਝ ਚੰਗਾ ਲੱਗਦਾ ਵੀ ਹਾਂ ਅਸੀਂ ਇਹ 'ਚ ਦੇਖ ਲਈਏ ਤਾਂ ਦੇਖ ਸਕਦੇ ਆ, ਠੀਕ ਹੈ। ਜੇ ਨਹੀਂ ਚੰਗਾ ਲੱਗਦਾ ਤਾਂ ਨਾ ਦੇਖਣਗੇ, ਕੋਈ ਚੱਕਰ ਨਹੀਂ। ਹੋਰ ਬਹੁਤ ਹੈ ਜਿਹੀਆਂ ਚੀਜ਼ਾਂ ਜਿਹੜੀਆਂ ਨਹੀਂ ਦੇਖਦੇ। ਦੇਖਣਾ ਕਿਉਂ ਚਾਹੀਦਾ? ਦੇਖਣਾ ਤਾਂ ਚਾਹੀਦਾ ਕਿਉਂਕਿ ਸਾਡਾ ਇੱਕ ਸ਼ਾਇਦ ਕਿਤੇ ਨਾ ਕਿਤੇ ਨਜ਼ਰੀਆ ਬਦਲ ਜੇ। ਬਹੁਤ ਸਾਰੀਆਂ ਇੱਦਾਂ ਦੀਆਂ ਇਹਦੇ 'ਚ ਸਬ ਟਾਈਟਲ 'ਤੇ ਕਹਾਣੀਆਂ ਨੇ ਅੱਗੇ ਜਾ ਕੇ, ਜਿਹੜੀਆਂ ਇਹ ਜਦੋਂ ਵੈਬ ਸੀਰੀਜ਼ ਖੁੱਲ੍ਹਦੀ ਹੈ ਉਹਦੇ ਵਿੱਚ ਕਿੱਦਾਂ ਕੋਈ ਕੁੜੀ ਘਰੋਂ ਭੱਜਦੀ ਹੈ, ਕਿਵੇਂ ਕਿਸੇ ਨੂੰਹ ਦਾ ਘਰ ਟੁੱਟਦਾ, ਕਿਵੇਂ ਕੋਈ ਇਹ ਹੇਰ ਫੇਰ ਬਦਲ ਹੁੰਦਾ, ਰਿਲੇਸ਼ਨ ਟੁੱਟਦੇ ਆ। ਸ਼ਾਇਦ ਕਿਤੇ ਨਾ ਕਿਤੇ ਵੈਬ ਸੀਰੀਜ਼ ਦੇਖਣ ਤੋਂ ਬਾਅਦ ਉਹਦੇ 'ਤੇ ਥੋੜ੍ਹਾ ਜਿਹਾ ਮੋੜ ਪੈ ਜੇ। ਸਤੀ, ਜਦੋਂ ਅਸੀਂ ਕੋਈ ਚੀਜ਼ ਬਣਾਉਂਦੇ ਆ, ਹਨਾ, ਕੋਈ ਬੰਦਾ ਫਿਲਮ ਬਣਾਉਂਦਾ ਆ, ਕੋਈ ਅਸੀਂ ਚਾਹੇ ਇੰਟਰਵਿਊ ਕਰਦੇ ਆ, ਅਸੀਂ ਬੜੇ ਚਾਅ ਦੇ ਨਾਲ ਪਰਿਵਾਰ ਨੂੰ ਦੱਸਦੇ ਆ ਕਿ ਮੈਂ ਨਾ ਇਹ ਕੰਮ ਕੀਤਾ ਆ, ਇਹ ਫਲਾਣੇ ਦਿਨ ਮੇਰਾ ਟੀਵੀ ਤੇ ਆਉਣਾ ਜਾਂ ਮੇਰੀ ਫਿਲਮ ਆਉਣੀ ਆ। ਹੁਣ ਸਤੀ ਆਪਣੇ ਪਰਿਵਾਰ ਨੂੰ ਕਿਵੇਂ ਕਹੂਗਾ ਵੀ ਹਾਂ ਇਹ ਵੈਬ ਸੀਰੀਜ਼ ਵੇਖੋ ਜਾਂ ਨਾ ਵੇਖੋ? ਆਲਰੇਡੀ ਪਤਾ ਜੀ ਉਹਨਾਂ ਨੂੰ। ਨਾਵਲ ਕਿਹਨੇ ਨਹੀਂ ਪੜ੍ਹਿਆ ਜੀ? ਨਾਚ ਫਰੋਸ਼ ਨਾਵਲ ਲਗਭਗ ਮੈਂ ਕਹਿੰਦਾ ਸਾਰੇ ਪੰਜਾਬ ਨੇ ਪੜ੍ਹਿਆ ਜੀ, ਬੁੱਧੀਜੀਵੀਆਂ ਨੇ ਪੜ੍ਹਿਆ। ਈਵਨ ਕਿ ਕੁਛ ਬੁੱਧੀਜੀਵੀਆਂ ਦੇ ਮੈਨੂੰ ਫੋਨ ਵੀ ਆਏ ਵੀ ਇਹ ਨਾਵਲ ਤੋਂ ਗਲਤ ਚੱਕ ਲਿਆ, ਤਾਂ ਇਹਦੀਆਂ ਗਾਲਾਂ ਬਹੁਤ ਜ਼ਿਆਦਾ ਇਹਦੇ 'ਚ। ਮੈਨੂੰ ਕੀ ਗਾਲਾਂ, ਆਪਾਂ ਗਾਲ ਨਹੀਂ ਕੱਢਦੇ, ਕਦੇ ਗਾਲ ਨਹੀਂ ਕੱਢੀ, ਹਰਾਮ ਦੀ ਕਿਤੇ ਗਾਲ ਨਹੀਂ ਕੱਢੀ, ਘਰੇ ਨਹੀਂ ਕੱਢਦੇ ਹੋਵਾਂਗੇ, ਬਾਹਰ ਕੱਢਦੇ ਹੋਵਾਂਗੇ ਅਸੀਂ। ਤੇ ਮੈਂ ਨਹੀਂ ਕਹਿੰਦਾ ਵੀ ਵੈਬ ਸੀਰੀਜ਼ ਘਰੇ ਬੈਠ ਕੇ ਦੇਖੋ, ਚਾਹੇ ਖੇਤ ਬੈਠ ਕੇ ਦੇਖ ਲਓ, ਮੋੜ ਤੇ ਬੈਠ ਕੇ ਦੇਖੋ। ਘੱਟੋ ਘੱਟ ਤੁਹਾਡੇ ਦਿਮਾਗ 'ਚ ਤਾਂ ਆਵੇ ਵੀ ਤੁਸੀਂ ਸੋਚਦੇ ਕੀ ਹੋ, ਅੰਦਰਲਾ ਬਾਹਰ ਤਾਂ ਇੱਕ ਹੋ ਜੇ ਨਾ, ਹਨਾ। ਮਤਲਬ ਗਾਲਾਂ ਤੋਂ ਬਿਨਾਂ ਇਹ ਸੰਭਵ ਨਹੀਂ ਸੀ? ਨਹੀਂ, ਗਾਲਾਂ ਤੋਂ ਜਿੰਨੀਆਂ ਕਿ ਗਾਲਾਂ ਹੈਗੀਆਂ ਉਹ ਉਨੀਆਂ ਕੀ ਹੈ, ਬਾਕੀ ਜਿਹੜੇ ਇਹਦੇ ਸੀਨ ਆ ਉਹ ਸਾਰੇ ਸਿੰਬਲਾਈਜੇਸ਼ਨ ਆ। ਗਾਲਾਂ ਉਹੀ ਹੈ ਜੋ ਨੋਰਮਲ ਆ, ਇੱਕ ਗਾਲਾਂ ਵੀ ਲਪੇਟ ਕੇ ਹੈ, ਕੋਈ ਇੱਦਾਂ ਨਹੀਂ ਹੈਗੀਆਂ ਵੀ ਕੋਈ ਬਹੁਤ ਜ਼ਿਆਦਾ ਡਾਇਰੈਕਟ ਹੈ। ਜਿਹੜੀਆਂ ਗਾਲਾਂ ਡਾਇਰੈਕਟ ਹੈ ਉਹ ਡਾਇਰੈਕਟ ਹੈ, ਜਿਹੜੀਆਂ ਕੁਝ ਹੋਰ ਲੱਗਦੀਆਂ ਉਹ ਲਪੇਟ ਕੇ। ਸਤੀ, ਅੱਗੇ ਵੀ ਬਹੁਤ ਲੋਕਾਂ ਨੇ ਇਹ ਛੇੜਾ ਛੇੜਨ ਦੀ ਕੋਸ਼ਿਸ਼ ਕੀਤੀ ਆ, ਗਾਲਾਂ ਕੱਢ ਕੇ ਵੀਡੀਓਜ਼ ਬਣਾਈਆਂ ਨੇ। ਫਿਰ ਇੱਕ ਜਿਹੜਾ ਵਰਗ ਹੁੰਦਾ ਆ, ਜਿਹੜੇ ਬੋਲੀ ਦੇ ਰਖਵਾਲੇ ਆ ਜਾਂ ਵਾਰਿਸ ਕਹਿ ਲਈਏ, ਉਹ ਤੁਹਾਡੇ ਘਰਾਂ ਤੱਕ ਪਹੁੰਚ ਜਾਂਦੇ ਨੇ। ਪ੍ਰੋਡਿਊਸਰ ਨੇ ਬਣਾਈਆਂ ਵੀਡੀਓਜ਼, ਉਹਦੇ ਘਰ ਦੇ ਬਾਹਰ ਧਰਨਾ ਲੱਗਿਆ, ਲੱਖੇ ਸਿਧਾਣੇ ਵਰਗੇ ਬੰਦੇ ਪਹੁੰਚ ਗਏ, ਫਿਰ ਅਖੀਰ ਨੂੰ ਮਾਫੀ ਮੰਗ ਕੇ ਖਹਿੜਾ ਛਡਾਉਣਾ ਪੈਂਦਾ ਆ। ਦੇਖੋ ਜੀ, ਮਾਫੀ ਮੰਗਣ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾ ਤੇ ਕੋਈ ਆਕੜ ਨਾਲ ਬੰਦਾ ਵੱਡਾ ਨਹੀਂ ਹੁੰਦਾ, ਠੀਕ ਹੈ ਜੀ। ਪਹਿਲਾ ਐਪੀਸੋਡ ਦੇਖਣ ਤੋਂ ਬਾਅਦ, ਦੂਸਰਾ ਐਪੀਸੋਡ ਦੇਖਣ ਤੋਂ ਬਾਅਦ ਤੁਸੀਂ ਇਹ ਗੱਲ ਕਹਿ ਦਿਓ ਸਾਡੀ ਟੀਮ ਨੂੰ, ਯਾਰ ਇਹਨੂੰ ਇੱਥੇ ਹੀ ਬੰਦ ਕਰ ਦੇ, ਇਹਨੂੰ ਅੱਗੇ ਨਾ ਚਲਾਏ, ਅਸੀਂ ਬੰਦ ਕਰ ਦਿਆਂਗੇ। ਪਰ ਤੁਸੀਂ ਉਹਦਾ ਪਹਿਲਾ ਐਪੀਸੋਡ ਦੇਖਣ, ਤੁਸੀਂ ਪ੍ਰਭਾਵ ਨਹੀਂ ਦੇਖ ਰਹੇ, ਤੁਸੀਂ ਸਿਰਫ ਪ੍ਰੋਮੋ ਦੇਖ ਰਹੇ ਹੋ, ਹੈ ਨਾ। ਪ੍ਰੋਮੋ ਹਮੇਸ਼ਾ ਹੀ ਕੀ ਹੁੰਦਾ, ਥੋੜ੍ਹਾ ਜਿਹਾ ਕਮਰਸ਼ੀਅਲ ਚੀਜ਼ਾਂ ਨੂੰ ਲੈ ਕੇ ਕੱਟਿਆ ਜਾਂਦਾ। ਕਿਤੇ ਵੀ ਹੁੰਦਾ ਵੀ ਚਲੋ ਇਹ ਸਾਹਮਣੇ ਆਊਗਾ, ਕਿਤੇ ਨਾ ਕਿਤੇ ਇਹ ਨਾ ਡਿਮਾਂਡ ਬਣ ਚੁੱਕੀ ਹੈ ਸਾਡੀ ਇੰਡਸਟਰੀ ਦੀ ਵੀ ਜਿਹੜੀ ਚੀਜ਼ ਕਮਰਸ਼ੀਅਲ ਉਹ ਸ਼ਾਇਦ ਸਾਹਮਣੇ ਆਊਗੀ ਜਾਂ ਕਿਵੇਂ ਨਾ ਕਿਵੇਂ, ਉਹ ਸਾਡੀ ਕਿਤੇ ਨਾ ਕਿਤੇ ਮਜਬੂਰੀ ਹੋ ਸਕਦੀ ਹੈ ਉਹ ਚੀਜ਼ ਨੂੰ ਲੈ ਕੇ। ਫਿਰ ਇਹ ਕਹਿ ਸਕਦੇ ਆ ਨਾ ਕਿ ਤੁਸੀਂ ਨੇ ਕਮਰਸ਼ੀਅਲ ਪੱਖੋਂ ਸੋਚਿਆ ਆ, ਤੁਸੀਂ ਸੱਚਾਈ ਵਿਖਾਉਣ ਦੀ ਗੱਲ ਨਹੀਂ ਕਰ ਰਹੇ। ਨਹੀਂ, ਜਿੰਨੀਆਂ ਉਹਦੇ ਵਿੱਚ ਗਾਲਾਂ ਨੇ, ਪ੍ਰੋਮੋ ਦੇ ਵਿੱਚ ਗਾਲਾਂ ਨੇ, ਜਿਨ੍ਹਾਂ ਨੇ ਨਾਵਲ ਪੜ੍ਹਿਆ, ਸ਼ਾਇਦ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਜਾਂ ਤੁਸੀਂ ਪੜ੍ਹਿਓ, ਉਹਦੇ ਮੁਤਾਬਕ ਤਾਂ ਗਾਲਾਂ ਕੁਛ ਵੀ ਨਹੀਂ, ਕੁਛ ਵੀ ਨਹੀਂ ਗਾਲਾਂ।
ਤੇ ਪੰਜਾਬ ਦੀਆਂ ਲਾਇਬ੍ਰੇਰੀਆਂ 'ਚ ਇੰਨਾ ਲਿਟਰੇਚਰ ਪਿਆ ਤੇ ਅਸੀਂ ਮੈਂ ਨਹੀਂ ਕਹਿੰਦਾ ਵੀ ਚਲੋ ਬਹੁਤ ਇੰਡਸਟਰੀ ਦੇ ਬੰਦੇ ਆ ਜਿਹੜੇ ਪੰਜਾਬ ਨੂੰ ਲੈ ਕੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾ ਰਹੇ ਆ। ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਕਦੇ ਸਾਨੂੰ ਵੀ ਮੌਕਾ ਮਿਲੂ ਅਸੀਂ ਵਧੀਆ ਖੂਬਸੂਰਤ ਚੀਜ਼ਾਂ ਬਣਾਵਾਂਗੇ। ਪਰ ਖੂਬਸੂਰਤ ਹੀ ਕਿਉਂ, ਕੋਈ ਸਿਹਤ ਵਰਗ ਕਿਉਂ ਨਹੀਂ ਅਸੀਂ ਉਹ ਰਿਐਲਿਟੀ ਗਰਾਊਂਡ ਰਿਐਲਿਟੀ ਨਹੀਂ ਦੱਸ ਰਹੇ। ਸਿਰਫ ਅਸੀਂ ਇਹ ਕਹਿ ਰਹੇ ਆ ਵੀ ਫਲਾਨਾ ਬੰਦਾ ਨਸ਼ੇ ਕਰ ਰਿਹਾ, ਟੌਂਕਾ ਬੰਦਾ ਇਦਾਂ ਕਰ ਰਿਹਾ, ਕੁੜੀਆਂ ਪੰਜਾਬ ਦੀਆਂ ਵਿਗੜ ਰਹੀਆਂ, ਇਹ ਜੋ ਉਹ। ਉਹਨਾਂ ਨੂੰ ਅਸੀਂ ਜੇ ਬਿਊਟੀ ਦੇਖ ਕੇ ਨੱਥ ਪਾ ਸਕਦੇ ਹਾਂ ਤਾਂ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ। ਪਰ ਗਰਾਊਂਡ ਰਿਐਲਿਟੀ ਤਾਂ ਇਹ ਵੀ ਹੈ ਨਾ ਕਿ ਕਿਸਾਨੀ ਡੁੱਬ ਰਹੀ ਹੈ, ਛੋਟੇ ਉਦਯੋਗ ਖਤਮ ਹੋ ਗਏ ਪੰਜਾਬ 'ਚ, ਨੌਜਵਾਨ ਪੰਜਾਬ ਦਾ ਵਿਦੇਸ਼ਾਂ ਨੂੰ ਚਲੇ ਗਿਆ। ਤੁਸੀਂ ਉਹੀ ਪੱਖ ਕਿਉਂ ਛੇੜਿਆ ਜਿਹੜਾ ਢੱਕਿਆ ਹੋਇਆ ਸੀ? ਨਹੀਂ, ਇਹ ਪੱਖ ਢੱਕਿਆ ਹੋਇਆ ਨਹੀਂ ਹੈਗਾ ਜੀ। ਹੁਣ ਜਿਹੜਾ ਮਾਨਸੇ ਕਾਂਡ ਹੋਇਆ, ਉੱਥੇ ਹੋਰ ਪਿੰਡਾਂ 'ਚ ਕਾਂਡ ਹੋਏ ਆ ਕੁਛ ਗੋਲੀਆਂ ਵਾਲੇ, ਉਹ ਕਾਂਡ ਢਕੇ ਹੋਏ ਜੀ, ਜਿਹੜੇ ਸ਼ਰੇਆਮ ਕੁੜੀਆਂ ਨੂੰ ਗੋਲੀ ਵੱਜ ਜਾਂਦੀ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਕੁੜੀਆਂ ਸਟੇਜ ਤੇ ਖਿੱਲਰ ਜਾਂਦੀਆਂ, ਉਹ ਪੱਖ ਢਕੇ ਹੋਏ ਆ। ਜਾਂ ਮੁੱਦੇ ਕਿੰਨੇ ਕੁ ਭੜਕਦੇ ਆ। ਨਹੀਂ, ਹੁਣ ਸੱਤੀ ਨੇ ਜੇ ਵੈਬ ਸੀਰੀਜ਼ ਬਣਾਈ ਆ ਤਾਂ ਸੱਤੀ ਖੜੂਗਾ ਇਹਦੇ ਤੇ। ਕਿਤੇ ਇਹ ਨਾ ਹੋਵੇ ਕਿ ਜਦੋਂ ਮਸ਼ਹੂਰੀ ਮਿਲ ਗਈ, ਸਭ ਨੇ ਇੰਟਰਵਿਊਜ਼ ਕਰ ਲੀਆਂ ਤੇ ਲੋਕਾਂ ਦੀ ਨਜ਼ਰ 'ਚ ਆ ਗਿਆ, ਫਿਰ ਸੱਤੀ ਕਹੂਗਾ ਜੀ ਅਸੀਂ ਆਹ ਚੀਜ਼ਾਂ ਨੂੰ ਕੱਟ ਦਿੰਨੇ ਆ। ਨਹੀਂ ਦੇਖੋ ਜੀ, ਕੱਟਣ ਦੀ ਗੱਲ ਤਾਂ ਇਹ ਆ, ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ ਵੀ ਜਿਹੜੀਆਂ ਗਾਲਾਂ ਉਹ ਪਹਿਲਾਂ ਹੀ ਲਪੇਟ ਕੇ ਆ, ਬੀਪ ਤੁਹਾਨੂੰ ਕਿਤੇ ਮਿਲੂਗੀ ਨਹੀਂ। ਜਿਹੜੇ ਜਿੰਨੇ ਵੀ ਸੀਨ ਹੈ, ਕੁਛ ਇੰਟੀਮੇਟ ਸੀਨ ਆ ਜਾਂ ਕਿੱਦਾਂ ਦੇ ਵੀ ਸੀਨ ਆ ਜਿਹੜੇ ਸਾਨੂੰ ਲੱਗਿਆ ਵੀ ਉਹ ਪੂਰੇ ਨਹੀਂ ਹੋ ਸਕਦੇ, ਕਿਉਂਕਿ ਅਸੀਂ ਇੱਕ ਪਿੰਡ 'ਚ ਬਣਾਈ ਆ। ਪਿੰਡ 'ਚ ਚੀਜ਼ ਬਣਾਉਣੀ, ਦਿਨ ਦਿਹਾੜੇ ਕਿਸੇ ਦੇ ਸਾਹਮਣੇ ਬਣਾਉਣੀ, ਉਹ ਬਹੁਤ ਔਖੀ ਹੈ। ਤਾਂ ਸਿਰਫ ਸਿੰਬਲਾਈਜੇਸ਼ਨ ਚੀਜ਼ਾਂ ਜਿਹੜੀਆਂ ਲੋਕ ਭਲੀ ਭਾਂਤ ਜਾਣਦੇ ਆ, ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਕਿਉਂਕਿ ਅਸੀਂ ਨਾ ਅੱਜ ਹਿੰਦੀ ਵੈਬ ਸੀਰੀਜ਼ ਨੂੰ ਜਦੋਂ ਖੋਲ੍ਹ ਕੇ ਵੇਖਦੇ ਹਾਂ, ਉਹਦੇ ਵਿੱਚ ਸਿਵਾਏ ਇਸ ਭੱਦੀ ਸ਼ਬਦਾਵਲੀ ਦੇ ਜਾਂ ਵਲਗਰ ਸੀਨਾਂ ਦੇ ਕੱਖ ਨਹੀਂ ਲੱਭਦਾ, ਪਰ ਉਹ ਪੈਸਾ ਕਮਾ ਰਹੀਆਂ ਨੇ। ਤੁਹਾਨੂੰ ਇਹਦੇ ਵਿੱਚ ਇਦਾਂ ਦਾ ਕੋਈ ਸੀਨ ਨਹੀਂ ਮਿਲੂਗਾ, ਇਦਾਂ ਦਾ ਕੋਈ ਸਿੰਬਲਾਈਜੇਸ਼ਨ ਵੀ ਤੁਹਾਨੂੰ ਦਰਵਾਜ਼ੇ ਬੰਦ ਹੋਣ ਦੇ ਮਿਲਣਗੇ, ਇਦਾਂ ਦਾ ਵੀ ਕੋਈ ਸੀਨ ਨਹੀਂ ਮਿਲੂਗਾ ਜਿੱਦਾਂ ਪੰਜਾਬੀ ਵੈਬ ਸੀਰੀਜ਼ 'ਚ ਆ ਚੁੱਕੇ ਨੇ ਸੀਨ, ਕੋਈ ਇੰਟੀਮੇਟ ਦੇ ਸੀਨ ਆ ਚੁੱਕੇ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਮੈਂ ਸੱਚਾਈ ਵਿਖਾਉਣ ਦੀ ਕੋਸ਼ਿਸ਼ ਕੀਤੀ ਆ, ਇਹਨੂੰ ਦਿਖਾ ਕੇ ਕੀ ਖੱਟ ਲਓਗੇ, ਕੀ ਸੁਧਾਰ ਆ ਜਾਊਗਾ? ਮੈਂ ਕੋਈ ਸੱਚਾਈ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਨਾ ਹੀ ਮੈਂ ਕੁਝ ਖੱਟਣ ਦੀ ਕੋਸ਼ਿਸ਼ ਕਰ ਰਿਹਾ। ਇਹ ਹਰ ਉਹ ਬੰਦਾ, ਤੁਸੀਂ ਕਿਸੇ ਵੀ ਤਬਕੇ ਨੂੰ ਲਾ ਲਓ, ਤੁਸੀਂ ਪੱਤਰਕਾਰ ਹੋ, ਤੁਸੀਂ ਕਿਤੇ ਨਾ ਕਿਤੇ ਆਪਣਾ ਕੰਮ ਵੀ ਕਰ ਰਹੇ ਹੋ, ਨਾਲ ਰੋਟੀ ਵੀ ਚੱਲ ਰਹੀ ਹੈ, ਕਿਤੇ ਨਾ ਕਿਤੇ ਤੁਸੀਂ ਸਿਹਤ ਵਰਗ ਚੀਜ਼ਾਂ ਵੀ ਦੇ ਰਹੇ ਹੋ ਨੌਜਵਾਨਾਂ ਨੂੰ। ਤਾਂ ਮੇਰੀ ਵੀ ਕੋਸ਼ਿਸ਼ ਇਹੀ ਹੈ ਵੀ ਮੈਂ ਵੀ ਇੱਕ ਆਪਣਾ ਕੰਮ ਕਰ ਰਿਹਾ। ਇਹਦੇ ਨਾਲ ਜੇ ਕੋਈ ਬੰਦਾ ਸੁਧਰ ਸਕਦਾ ਜਾਂ ਕੋਈ ਬੰਦਾ ਕਿਸੇ ਮੋੜ ਤੋਂ ਮੁੜ ਸਕਦਾ, ਉਹ ਟਰਨ ਲੈ ਸਕਦਾ, ਤਾਂ ਉਹ ਕਿਉਂ ਨਹੀਂ? ਬਾਈ ਜੀ, ਐ ਨਹੀਂ ਲੱਗਦਾ ਵੀ ਤੁਸੀਂ ਇਹਦੇ ਨਾਲ ਜਿੰਨੀਆਂ ਵੀ ਲੜਕੀਆਂ ਜਿਹੜੀਆਂ ਨੇ ਇਸ ਰੁਜ਼ਗਾਰ ਨਾਲ ਜੁੜੀਆਂ ਹੋਈਆਂ ਨੇ, ਤੁਸੀਂ ਸਾਰਿਆਂ ਨੂੰ ਟਾਰਗੇਟ ਕਰ ਰਹੇ ਹੋ, ਇੱਕੋ ਤੱਕੜੀ ਦੇ ਵਿੱਚ ਤੋਲਣ ਵਾਲਾ ਕੰਮ ਕਰ ਰਹੇ ਹੋ? ਨਹੀਂ, ਇਹ ਜਦੋਂ ਤੁਸੀਂ ਇਹ ਪਹਿਲਾ ਐਪੀਸੋਡ ਦੇਖੋਗੇ, ਠੀਕ ਹੈ, ਤੁਸੀਂ ਉਹਨਾਂ ਨੂੰ ਵਿਗੜਦਿਆਂ ਦੇਖੋਗੇ, ਫਿਰ ਉਹਨਾਂ ਨੂੰ ਵਾਪਸ ਮੁੜਦਾ ਵੀ ਵੇਖੋਗੇ। ਇਹ ਨਹੀਂ ਹੈਗਾ ਵੀ ਉਹ ਵਿਗੜ ਕੇ ਉਹ ਨਾਇਕਾਂ ਨਹੀਂ ਹੈਗੀਆਂ। ਨਾਇਕ ਬੰਦਾ ਤਾਂ ਉਹੀ ਹੁੰਦਾ ਨਾ ਜਿਹੜਾ ਪੂਰਾ ਲਿਬੜ ਕੇ ਉਸ ਤੋਂ ਬਾਅਦ ਵਾਪਸ ਆਉਣ ਦਾ ਤਵੱਜੋ ਰੱਖੇ। ਤੇ ਜੇ ਵਾਪਸ ਨਹੀਂ ਆਉਂਦਾ, ਇਹ ਉਹ ਬੰਦਿਆਂ ਲਈ ਆ ਵੀ ਜੇ ਯਾਰ ਅਸੀਂ ਇਦਾਂ ਟਰਨ ਲਾਈਫ ਤੇ ਅੱਗੇ ਚੱਲਦੇ ਹਾਂ ਤਾਂ ਸਾਡੇ ਅੱਗੇ ਇਦਾਂ ਦੀਆਂ ਪਰੇਸ਼ਾਨੀਆਂ ਆਉਣਗੀਆਂ। ਅੱਛਾ, ਜੇ ਵਿਵਾਦ ਹੋਰ ਜ਼ਿਆਦਾ ਵੱਧਦਾ ਜੀ, ਲੋਕੀ ਇਸ ਹੱਦ ਤੱਕ ਆਉਂਦੇ ਨੇ ਕਿ ਅਸੀਂ ਚੱਲਣ ਨਹੀਂ ਦੇਣੀ ਜੀ ਇਹ ਵੈਬ ਸੀਰੀਜ਼, ਜੀ, ਕੀ ਤੁਹਾਡਾ ਕੋਈ ਫਰਕ ਪੈ ਸਕਦਾ ਹੈ? ਕੁਝ ਕੱਟ ਵੱਢ ਕਰਕੇ ਚਲਾਓਗੇ ਤੁਸੀਂ? ਪੂਰੇ 'ਚ ਪਹਿਲਾਂ ਹੀ ਅਸੀਂ ਬਹੁਤ ਕਾਂਟ ਛਾਂਟ ਕਰ ਚੁੱਕੇ ਹਾਂ ਜੀ, ਕਿਉਂਕਿ ਬਹੁਤ ਹੀ ਵਧੀਆ ਬੰਦਿਆਂ ਦੇ ਹੇਠ ਅਸੀਂ ਉਹਨਾਂ ਨੂੰ ਸਕਰੀਨ ਪਲੇ ਕਰਕੇ ਦਿਖਾ ਚੁੱਕੇ ਹਾਂ। ਬਹੁਤ ਚੀਜ਼ਾਂ ਉਹਨਾਂ ਨਾਲ ਅਸੀਂ ਪਹਿਲਾਂ ਹੀ ਸਲਾਹ ਮਸ਼ਵਰਾ ਕਰ ਚੁੱਕੇ ਹਾਂ। ਬਾਕੀ ਨਾਵਲ ਹੈ, ਨਾਵਲ 'ਤੇ ਹੈ, ਤੇ ਮੈਂ ਕਹਿੰਦਾ ਜਿਹੜੇ ਰਾਈਟਰ ਹੈ, ਮੈਂ ਜ਼ਿਆਦਾ ਉਹਨਾਂ ਤੋਂ ਇਜਾਜ਼ਤ ਲੈਣੀ ਚਾਹੂੰਗਾ, ਹੋਰ ਤੋਂ ਜ਼ਿਆਦਾ ਨਹੀਂ, ਜਾਂ ਮੈਂ ਆਪਣੀ ਟੀਮ ਤੋਂ। ਕੀ ਲੱਗਦਾ ਆ ਇੰਡਸਟਰੀ ਸਾਥ ਦੇਊਗੀ? ਇਸ ਚੀਜ਼ ਦਾ ਨਹੀਂ ਪਤਾ ਮੈਨੂੰ ਵੀ ਕੋਈ ਸਾਥ ਦਿਓ ਜਾਂ ਨਹੀਂ ਦਿਓ। ਇਹ ਚੀਜ਼ ਪਹਿਲਾਂ ਵੀ ਨਹੀਂ ਸੋਚੀ ਸੀ ਤੇ ਨਾ ਹੀ ਹੁਣ ਸੋਚੀ ਹੈ। ਦੇਵੇ ਚਾਹੇ ਨਾ ਦੇਵੇ, ਵੀ ਕੋਸ਼ਿਸ਼ ਹਰ ਰਹੂਗੀ, ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਹੈ ਜਾਂ ਪੜ੍ਹੇ ਲਿਖੇ ਲੋਕ, ਉਹਨਾਂ ਨੇ ਬਹੁਤ ਸਾਰੇ ਐਪਰੀਸ਼ੀਏਟ ਵੀ ਕੀਤਾ ਵੀ ਇਹ ਨਾਵਲ ਕਿਤੇ ਨਾ ਕਿਤੇ ਖੜਨਾ ਚਾਹੀਦਾ ਸੀ, ਇਸ ਵਿਸ਼ੇ 'ਤੇ ਕੁਛ ਨਹੀਂ ਆਇਆ। ਤਾਂ ਮੈਨੂੰ ਲੱਗਦਾ ਵੀ ਸਪੋਰਟ ਮੈਨੂੰ ਕਰ ਰਹੇ ਆ ਤਾਂ ਉਹ ਨਾਲ ਰਹੂਗੀ। ਜੇ 100 ਬੰਦੇ 'ਚੋਂ 10 ਬੰਦੇ ਉੱਠ ਕੇ ਖੜੇ ਹੋ ਕੇ ਕਹਿ ਦੇਣਗੇ ਮੈਂ ਉਹਨਾਂ ਨੂੰ ਨਹੀਂ ਮੰਨਦੇ ਹੈਗੇ, ਜੇ 100 ਦੇ ਵਿੱਚੋਂ 50 ਬੰਦੇ ਕਹਿਣਗੇ ਹਾਂ, ਫਿਰ ਗੱਲ ਮੰਨਣ ਯੋਗ ਆ ਵੀ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਪਰ ਪਹਿਲਾ ਐਪੀਸੋਡ ਦੇਖਣ ਤੋਂ ਪਹਿਲਾਂ ਹੀ ਕਈ ਬੰਦੇ ਬੁਖਲਾਹਟ 'ਚ ਆ ਯਾਰ ਵੀ ਪਤਾ ਨਹੀਂ ਕੀ ਹੋ ਗਿਆ ਪੰਜਾਬੀ ਸੱਭਿਆਚਾਰ ਨੂੰ, ਇਹ ਜੋ ਉਹ ਇੱਦਾਂ ਦਾ ਕੁਛ ਨਹੀਂ ਹੈਗਾ ਬਾਈ ਜੀ। ਜਿੱਦਾਂ ਦਾ ਟ੍ਰੇਲਰ ਹੈ ਨਾ, ਉਹਦੇ ਵਿੱਚ ਜਿਹੜੀਆਂ ਵਰਡਿੰਗ ਉਹਦੇ ਵਿੱਚ ਆਉਂਦੀ ਆ, ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਦੂਸਰੇ ਨੂੰ ਸੁਜੈਸਟ ਕਰੂਗਾ ਕਿ ਤੂੰ ਆਹ ਵੇਖੀ। ਇਹ ਤਾਂ ਜੀ ਨਜ਼ਰੀਆ ਵੇਖਣ ਦੀ ਗੱਲ ਹੈ, ਨਜ਼ਰ। ਇੱਕ ਮੈਂ ਉਦਾਹਰਨ ਲੈਣਾ,
1920 ਤੋਂ ਲੈ ਕੇ 47 ਤੱਕ ਦਾ ਜਿਹੜਾ ਸੰਤਾਪ ਆ ਇੰਡੀਆ ਚੰਗੀ ਤਰ੍ਹਾਂ ਜਾਣਦਾ। ਤੇ ਮੈਂ ਨਾਮ ਨਹੀਂ ਲਾਉਂਗਾ ਉਹ ਰਾਈਟਰ ਬੰਦੇ ਦਾ, ਤੇ ਉਹਦੀ ਨਾ ਆਪਣੇ ਸਿਲੇਬਸ 'ਚ ਕਵਿਤਾ ਇੱਕ ਨਹੀਂ ਤੁਸੀਂ ਨਾਂ ਲਓ ਖੁੱਲ੍ਹ ਕੇ। ਨਹੀਂ ਮੈਂ ਖੁੱਲ੍ਹ ਕੇ ਨਾਮ ਨਹੀਂ ਲਊਂਗਾ, ਕਿਉਂਕਿ ਕਾਰਨ ਇਹ ਹੈ ਲੋਕ ਪੜ੍ਹਨ ਉਹ ਕਵਿਤਾ ਸਿਲੇਬਸਾਂ ਦੇ ਵਿੱਚ ਹੈ, ਆਪਣੇ ਪੰਜਾਬੀ ਸਿੱਖਿਆ ਬੋਰਡ ਦੇ ਵਿੱਚ ਹੈ, ਤੇ ਉਹ ਬੰਦਾ ਵਾਦੀਆਂ 'ਚ ਜਾ ਕੇ ਕੁਦਰਤ ਦੀ ਤਾਰੀਫ ਕਰ ਰਿਹਾ। ਅੱਛਾ, ਇੰਡੀਆ ਦਾ ਕੀ ਹਾਲ ਹੋ ਰਿਹਾ ਉਹਨਾਂ ਦਿਨਾਂ 'ਚ, ਤੇ ਉਹਦੀ ਕਵਿਤਾ ਉਹਦੇ ਪੈਰਲਰ ਹੋਰ ਕਵਿਤਾ ਨਹੀਂ ਹੈਗੀਆਂ ਵੀ ਇੰਡੀਆ 'ਚ ਉਦੋਂ ਕੀ ਚੱਲ ਰਿਹਾ ਸੀ। ਕਹਿਣ ਦਾ ਮਤਲਬ ਇਹ ਆ ਜੋ ਰਿਐਲਿਟੀ ਹੈ ਉਹ ਕਿਤੇ ਨਾ ਕਿਤੇ ਨਹੀਂ ਪਰੋਸੀ ਜਾਊਗੀ, ਉਹ ਗਰਾਊਂਡ ਰਿਐਲਿਟੀ ਨਹੀਂ ਦਿਖਾਈ ਜਾਊਗੀ। ਬਹੁਤ ਸਾਰੇ ਇੱਦਾਂ ਦੇ ਕਵੀ ਹੈ, ਤੇ ਕੋਈ ਕਵੀ ਸਰਕਾਰਾਂ ਦੇ ਜਾਂ ਕਿਸੇ ਦੇ ਵੀ ਮੰਨ ਲਓ ਵੀ ਤਾਰੀਫ ਕਰਕੇ ਜਾਂ ਕੁਛ ਵੀ ਉਹਨਾਂ ਦੇ ਪਿੱਠੂ ਬਣੇ ਹੋਏ ਆ। ਬਹੁਤ ਸਾਰੇ ਨਾਵਲਕਾਰ ਇੱਦਾਂ ਦੇ ਵੀ ਹੈ, ਤੇ ਬਹੁਤ ਸਾਰੇ ਇੱਦਾਂ ਦੇ ਵੀ ਜਿਹੜੇ ਆਪਦੀ ਅੜੀ 'ਚ ਆਪਦੀ ਕਲਮ ਦੇ ਮਾਨਦੇ, ਤੇ ਉਹਦੇ ਵਿੱਚੋਂ ਵੀ ਇੱਕ ਨਾਵਲ ਬਹੁਤ ਅਲੱਗ ਹੈ। ਇਹ ਕੋਈ ਤਾਰੀਫ ਦਾ ਭੁੱਖਾ ਨਹੀਂ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਇਹ ਨਾਵਲ ਦੀ। ਅੱਛਾ, ਹੋਰ ਤੁਹਾਨੂੰ ਕਿੱਦਾਂ ਦੇ ਇਤਰਾਜ਼ ਆ ਰਹੇ ਨੇ ਬੁੱਧੀਜੀਵੀਆਂ? ਤੁਸੀਂ ਕਿਹਾ ਕਿ ਮੈਂ ਉਹਨਾਂ ਨੂੰ ਕਲੀਅਰ ਕਰਦਾ ਰਹਿਣਾ ਆ, ਕਿਹੜੀ ਗੱਲ ਨੂੰ ਲੈ ਕੇ ਸਭ ਤੋਂ ਵੱਧ ਇਤਰਾਜ਼ ਆਉਂਦਾ? ਗਾਲਾਂ ਨੂੰ ਲੈ ਕੇ ਤਾਂ ਚਲੋ ਆਉਂਦਾ ਹੀ ਆਉਂਦਾ, ਹੋਰ ਇਸ ਵਿਸ਼ੇ ਨੂੰ ਤੁਸੀਂ ਨੇ ਛੇੜਿਆ ਹੈ ਨਾ, ਇਹ ਨਹੀਂ ਲੱਗ ਰਿਹਾ ਕਿ ਤੁਸੀਂ ਪੰਜਾਬ ਦੀ ਉਹ ਅੱਡ ਤਸਵੀਰ ਪੇਸ਼ ਕਰ ਰਹੇ ਹੋ? ਨਹੀਂ, ਮੈਂ ਕੋਈ ਪੰਜਾਬ ਦੀ ਅੱਡ ਤਸਵੀਰ ਨਹੀਂ ਪੇਸ਼ ਕਰ ਰਿਹਾ। ਇਹ ਤਸਵੀਰ ਤਾਂ ਪਹਿਲਾਂ ਹੀ ਮੌਜੂਦ ਹੈ ਸਾਡੇ, ਕਿਉਂਕਿ ਜਦੋਂ ਤੋਂ ਤੁਸੀਂ ਦੇਖੋਗੇ 2007-8 ਤੋਂ ਹੀ ਆਰਕੈਸਟਰਾ ਦਾ ਜਿਹੜਾ ਕਰੇਜ ਸ਼ੁਰੂ ਹੋ ਜਾਂਦਾ। ਕਿਤੇ ਨਾ ਕਿਤੇ ਪਹਿਲਾਂ ਵੈਸਟਰਨ ਗਰੁੱਪ ਸੀਗੇ, ਫਿਰ ਹੌਲੀ ਹੌਲੀ ਲੋਕਾਂ ਨੂੰ ਲੱਗਿਆ ਯਾਰ ਵੈਸਟਰਨ ਡਰੈਸਾਂ ਸਹੀ ਨਹੀਂ ਹੈਗੀਆਂ, ਅਸੀਂ ਦੇਖ ਨਹੀਂ ਸਕਦੇ, ਉਹਨਾਂ ਨੂੰ ਪੰਜਾਬੀ ਸੂਟ 'ਚ ਲਿਆਉਂਦਾ। ਪਰ ਜਿਹੜਾ ਇੱਕੋ ਉਹਨਾਂ ਦੀ ਇੰਟਰਨਲ ਇੰਟਰਟੇਨਮੈਂਟ ਦਾ ਸਾਧਨ ਸੀਗਾ, ਉਹਨਾਂ ਨੇ ਬਦਲਿਆ ਇਸ ਚੀਜ਼ ਨੂੰ। ਪਰ ਫਿਰ ਵੀ ਸਾਡੇ ਲੋਕ ਉੱਥੇ ਹੀ ਖੜ੍ਹੇ ਆ। ਅਸੀਂ ਜਦੋਂ ਤੁਸੀਂ ਜਾਓਗੇ ਕਦੇ ਆਰਕੈਸਟਰਾ ਬੁੱਕ ਕਰਨ ਜਾਓਗੇ, ਤੁਸੀਂ ਮੋਸਟਲੀ ਦੇਖ ਲਿਓ ਅਸੀਂ ਫੋਟੋਆਂ ਦੇਖਦੇ ਹਾਂ, ਅਸੀਂ ਸੋਹਣੀਆਂ ਕੁੜੀਆਂ ਦੇਖਦੇ ਹਾਂ, ਨਹੀਂ ਯਾਰ ਇਹ ਫਿੱਟ ਆ, ਇਹ ਨਹੀਂ ਯਾਰ ਇਹ ਤਾਂ ਹੋਰ ਹੀ ਲੱਗਦੀ ਹੈ, ਤਾਂ ਇੱਦਾਂ ਦੇ ਕਮੈਂਟ ਕਰਦੇ ਆ। ਅਸੀਂ ਉਹਨਾਂ ਨੂੰ 60-70 ਹਜ਼ਾਰ ਰੁਪਏ ਦੇ ਕੇ ਖਰੀਦ ਰਹੇ ਹਾਂ, ਜਿਹੜੇ ਅਸੀਂ ਉਹਨਾਂ ਦੇ ਐਂ ਕਮੈਂਟ ਕਰਦੇ ਹਾਂ ਯਾਰ ਵੀ ਨਹੀਂ ਇਹਦੀਆਂ ਤਾਂ ਅੱਖਾਂ ਨਹੀਂ ਸੋਹਣੀਆਂ, ਇਹ ਤਾਂ ਬੋਡੀ ਸਟਰਕਚਰ ਇੱਦਾਂ ਦਾ, ਇਹ ਤਾਂ ਇੱਦਾਂ ਦੀ ਹੈ। ਤਾਂ ਅਸੀਂ ਵੀ ਤਾਂ ਉਹ ਪੰਜਾਬ ਦੇ ਲੋਕ ਹੀ ਹੁੰਦੇ ਆ, ਅਸੀਂ ਵੀ ਸਾਡੇ ਵੀ ਤਾਂ ਉਹੀ ਪੱਗਾਂ ਬੰਨੀਆਂ ਹੋਈਆਂ, ਇਹੀ ਪੱਗਾਂ ਵਾਲੇ ਬੰਦੇ ਹੁੰਦੇ, ਤੇ ਉਦੋਂ ਅਸੀਂ ਕੀ ਕਵਾਂਗੇ? ਬਾਈ ਜੀ, ਆਡੀਅנס ਦੇ ਵਿੱਚ ਬੱਚੇ ਵੀ ਆ ਜਾਂਦੇ ਨੇ, ਹੈ ਨਾ। ਹੁਣ ਸਭ ਤੋਂ ਵੱਧ ਜੇ ਮੋਬਾਈਲ ਵਰਤਦੇ ਨੇ ਤਾਂ ਉਹ ਬੱਚੇ ਵਰਤ ਰਹੇ ਨੇ, ਤੇ ਜਦੋਂ ਬੱਚੇ ਇਹ ਵੈਬ ਸੀਰੀਜ਼ ਨੂੰ ਦੇਖਣਗੇ ਤੁਹਾਨੂੰ ਕੀ ਲੱਗਦਾ ਕੁਝ ਚੰਗਾ ਸਿੱਖਣਗੇ? ਹਾਂ, ਮੈਨੂੰ ਲੱਗਦਾ ਵੀ ਉਹਨਾਂ ਨੂੰ ਦੇਖਣੀ ਚਾਹੀਦੀ ਹੈ। ਮੈਨੂੰ ਲੱਗਦਾ ਵੀ ਉਹਨਾਂ ਨੂੰ ਦੇਖਣੀ ਚਾਹੀਦੀ ਹੈ। ਘੱਟੋ ਘੱਟ ਜਿਹੜੇ ਉਹਨਾਂ ਦੇ, ਮੈਂ ਸਾਰਿਆਂ ਦੇ ਨਹੀਂ ਕਹੂੰਗਾ, ਕਿਤੇ ਨਾ ਕਿਤੇ ਜਿਨ੍ਹਾਂ ਦੇ ਇਹ ਗਲਤੀਆਂ ਕਰ ਚੁੱਕੇ ਆ ਵੀ ਉਹ ਗਲਤੀਆਂ ਨਾ ਕਰਨ। ਉਹ ਘੱਟੋ ਘੱਟ ਜੇ ਆਰਕੈਸਟਰਾ ਦੇ ਵਿੱਚ ਇੰਟਰਟੇਨਮੈਂਟ ਕਰ ਰਹੇ ਆ, ਉਹ ਸਟੇਜ ਦੇ ਥੱਲੇ ਖੜ੍ਹ ਕੇ ਇੰਟਰਟੇਨਮੈਂਟ ਹੀ ਕਰਨ, ਉਹ ਸਟੇਜ 'ਤੇ ਨਾ ਪਹੁੰਚਣ, ਉਹ ਕਿਸੇ ਦੀ ਇੱਜ਼ਤ 'ਤੇ ਨਾ ਪਹੁੰਚਣ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜਿਹੜੀਆਂ ਗੱਲਾਂ ਅਸੀਂ ਅਕਸਰ ਕਿਤਾਬਾਂ 'ਚੋਂ ਨਹੀਂ ਸਿੱਖਦੇ, ਉਹ ਇੱਦਾਂ ਹੀ ਸਿੱਖਦੇ ਹਾਂ। ਪਰ ਸਾਡੇ ਪਰਿਵਾਰਾਂ 'ਚ ਅਸੀਂ ਦੇਖਦੇ ਹਾਂ ਨਾ, ਜੇ ਜਵਾਕ ਬਾਹਰੋਂ ਕੋਈ ਗਾਲ ਸਿੱਖ ਕੇ ਆ ਕੇ ਘਰੇ ਕੱਢਦਾ ਤਾਂ ਉਸ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਂਦਾ, ਬਾਅਦ ਦੇ ਵਿੱਚ ਉਹਨੂੰ ਦੂਸਰੇ ਤਰੀਕੇ ਨਾਲ ਵੀ ਸਮਝਾਇਆ ਜਾਂਦਾ। ਮਤਲਬ ਕਿ ਸਾਡੇ ਘਰਾਂ ਦੇ ਵਿੱਚ ਗਾਲ ਐਕਸੈਪਟ ਹੀ ਹੈ ਨਹੀਂ। ਹੁਣ ਅਸੀਂ ਜਦੋਂ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਗਾਲ ਪਹੁੰਚਾਤੀ, ਫਿਰ ਬੱਚੇ ਤਾਂ ਕਹਿਣਗੇ ਹੀ ਨਾ ਪਰਿਵਾਰ 'ਚ ਕਿ ਇਹ ਤਾਂ ਜੀ TV 'ਤੇ ਆਉਂਦੀ ਹੈ ਚੀਜ਼, ਇਹ ਤਾਂ ਮੋਬਾਈਲ 'ਤੇ ਆ ਰਹੀ ਆ। ਬਿਲਕੁਲ। ਹੁਣ ਇਸ ਟਾਈਮ ਇਹ ਗੱਲ ਹੈ ਵੀ ਇੱਕ ਜਿਹੜਾ ਮੋਬਾਈਲ ਆ ਉਹ ਆਪਣੇ ਆਪ 'ਚ ਇੱਕ ਦੁਨੀਆ, ਤਾਂ ਜ਼ਰੂਰੀ ਨਹੀਂ ਹੈਗਾ ਵੀ ਜੇ ਉਹ ਪਹਿਲਾਂ ਹੀ ਵਿਗੜੇ ਹੋਏ ਆ ਤਾਂ ਸਾਡੀ ਵੈਬ ਸੀਰੀਜ਼ ਦੇਖ ਕੇ ਹੀ ਵਿਗੜਨਗੇ। ਉਹ ਤਾਂ ਹੋਰ ਵੀ ਬਹੁਤ ਕੁਝ ਦੇਖ ਰਹੇ ਆ। ਤੁਸੀਂ YouTube 'ਤੇ ਸਰਚ ਮਾਰੋ, ਕੁਛ ਵੀ ਮਾਰੋ, ਹਾਊ ਟੂ ਦਾ ਸਪੈਲਿੰਗ ਸਰਚ ਮਾਰੋ, ਤੁਹਾਨੂੰ ਪਤਾ ਲੱਗ ਜਾਊ ਵੀ ਕੀ ਕੁਛ ਆ ਰਿਹਾ। ਹਾਊ ਟੂ, ਸਿਰਫ ਹਾਊ ਟੂ। ਤੁਹਾਡੇ ਕਹਿਣ ਦਾ ਮਤਲਬ ਆ ਕਿ ਸਾਡਾ ਜਿਹੜਾ ਸਮਾਜਿਕ ਕਦਰਾਂ ਕੀਮਤਾਂ ਨੇ ਉਹ ਪਹਿਲਾਂ ਹੀ ਖਤਮ ਹੋ ਚੁੱਕੀਆਂ ਨੇ? ਨਹੀਂ, ਖਤਮ ਨਹੀਂ ਹੈਗੀਆਂ, ਉਹ ਸਾਡੇ ਨਾਲ ਮੌਜੂਦ ਆ, ਸਾਡੇ ਜ਼ਮੀਰ 'ਚ ਮੌਜੂਦ ਆ, ਉਹ ਖਤਮ ਨਹੀਂ ਹੈਗੀਆਂ। ਸਿਰਫ ਇਹ ਹੈ ਕੁਛ ਟਾਈਮ ਲਈ ਹੋ ਸਕਦਾ ਵੀ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ, ਉਹਨਾਂ ਤੋਂ ਗਲਤੀਆਂ ਹੋ ਜਾਂਦੀਆਂ, ਤੇ ਗਲਤੀਆਂ ਤੋਂ ਬੰਦਾ ਸਿੱਖਦਾ। ਅੱਛਾ ਸਤੀ, ਇੱਕ ਨਾ ਪਿੱਛੇ ਜੇ ਬੜਾ ਟ੍ਰੈਂਡ ਚੱਲ ਰਿਹਾ ਪਿੱਛੇ ਜੇ ਤੋਂ ਕਿ ਫਿਲਮਾਂ ਦੇ ਵਿੱਚ ਬਠਿੰਡੇ ਵਾਲੇ ਸ਼ਬਦ ਬੜਾ ਵਰਤਿਆ ਜਾਂਦਾ। ਪਹਿਲਾਂ ਦੀਪ ਸਿੱਧੂ ਦਾ ਅਸੀਂ ਵੇਖਦੇ ਹਾਂ, ਹੁਣ ਤੁਸੀਂ ਨੇ ਤੁਹਾਡੇ ਟ੍ਰੇਲਰ 'ਚ ਵੇਖਦੇ ਹਾਂ ਵੀ ਬਠਿੰਡੇ ਵਾਲੇ ਜੀ ਐਂ ਕਰ ਦਿੰਦੇ ਨੇ। ਬਠਿੰਡੇ ਵਾਲੇ ਕੋਈ ਖਾਸ ਨਹੀਂ, ਬਠਿੰਡੇ ਵਾਲੇ ਪੰਜਾਬ 'ਚ ਹੀ ਬਠਿੰਡਾ ਪੈਂਦਾ, ਠੀਕ ਹੈ, ਤੇ ਪੰਜਾਬ ਇੰਡੀਆ 'ਚ ਪੈਂਦਾ, ਕਿਤੇ ਬਾਹਰ ਨਹੀਂ ਹੈਗਾ। ਬਠਿੰਡਾ ਵੀ ਉਹਨਾਂ 'ਚੋਂ ਹੀ ਹੈ। ਬਠਿੰਡਾ ਟਾਰਗੇਟ ਤਾਂ ਹੋਇਆ 2009 ਦੇ ਵਿੱਚ ਛਨਕਾਟੇ ਦੇ ਵਿੱਚ ਜਸਵਿੰਦਰ ਭੱਲਾ ਜੀ ਨੇ ਆਪਦਾ ਇੱਕ ਚੁਟਕਲਾ ਸੁਣਾਇਆ ਸੀਗਾ, ਆਖੇ ਓਏ ਤੂੰ ਇਹ ਬੱਸ ਬਠਿੰਡੇ ਨਹੀਂ ਜਾਣੀ। ਉਹ ਕਹਿੰਦਾ ਵੀ ਬੱਸ ਬਠਿੰਡੇ ਕਿਉਂ ਨਹੀਂ ਜਾਣੀ? ਕਹਿੰਦਾ ਤੈਨੂੰ ਪਤਾ ਕਿਵੇਂ ਲੱਗਿਆ ਦੱਸ ਪਹਿਲਾਂ। ਤਾਂ ਉਹ ਕਹਿੰਦਾ ਵੀ ਸਾਰਾ ਕੇਲਾ ਛੱਲ ਗਿਆ, ਹੱਥ 'ਚ ਫੜੀ ਬੈਠਾ, ਹੋਰ ਦੱਸ ਤੂੰ ਬਠਿੰਡੇ ਨਹੀਂ ਜਾਣਾ, ਕਿੱਥੇ ਜਾਣਾ? ਤਾਂ ਉਹ ਕਿਤੇ
ਉਸ ਬੁੱਧੀਜੀਵੀ ਤੋਂ ਕਿਸੇ ਨੇ ਕਿਹਾ ਵੀ ਯਾਰ ਤੂੰ ਮਾਫੀ ਮੰਗ, ਵੀ ਤੂੰ ਪੂਰੇ ਬਠਿੰਡੇ ਨੂੰ ਬਦਨਾਮ ਕਰ ਰਿਹਾ? ਕਿਸੇ ਨੇ ਨਹੀਂ ਆਖਿਆ ਹੁਣ। ਮਤਲਬ ਤੁਹਾਨੂੰ ਉਹ ਚੀਜ਼ ਮਾੜੀ ਲੱਗੀ, ਉਹ ਵਿਅੰਗ ਗਲਤ ਸੀ? ਬਹੁਤ ਵਿਅੰਗ ਕਮਾਲ ਦੀ ਗੱਲ ਹੈ ਜੀ। ਉਹ ਸਾਨੂੰ ਬਠਿੰਡੇ ਵਾਲਿਆਂ ਨੂੰ ਕਹਿੰਦੇ ਹੁਣ ਤੱਕ ਲੋਕ ਇਦਾਂ। ਉਹ ਵਿਅੰਗ ਬਹੁਤ ਇੱਕ ਉਹਨਾਂ ਨੂੰ ਨਹੀਂ ਲੱਗਦਾ, ਨਾਰਮਲ ਗੱਲ ਲੱਗਦੀ ਹੋਣੀ ਆ, ਪਰ ਇਹ ਸਾਡੇ ਲਈ ਇਦਾਂ ਯਾਰ। ਜਦੋਂ ਅਸੀਂ ਕਦੇ ਕੇਲਾ ਖਾਂਦੇ ਆ ਤਾਂ ਉਹ ਕਹਿੰਦੇ ਯਾਰ ਤੁਸੀਂ ਬਠਿੰਡੇ ਤੋਂ ਆ। ਨਹੀਂ ਯਾਰ, ਅਸੀਂ ਵੀ ਤਾਂ ਨਾਰਮਲ ਖਾਂਦੇ। ਸੋ ਬਾਈ ਜੀ, ਤੁਹਾਡੀ ਗੱਲ ਦੇ ਵਿੱਚੋਂ ਹੀ ਗੱਲ ਨਿਕਲਦੀ ਆ, ਸੁਭਾਵਿਕ ਹੈ ਨਾ। ਤੁਹਾਨੂੰ ਇੱਕ ਕੇਲਾ ਛਿੱਲਣ ਵਾਲਾ ਜਦੋਂ ਬਠਿੰਡੇ ਵਾਲਿਆਂ ਨੂੰ ਕਹਿਤਾ, ਹਾਂਜੀ, ਉਨੀ ਕੁ ਗੱਲ ਚੁੱਭ ਗਈ। ਹਾਂਜੀ ਹੁਣ ਤੁਸੀਂ ਕਿਸੇ ਦੇ ਘਰ ਦੀਆਂ ਧੀਆਂ ਭੈਣਾਂ ਦਾ ਜਦੋਂ ਅਕਸ ਉੱਥੇ ਵਿਖਾਉਂਦੇ ਹੋ ਜੀ, ਤਾਂ ਅਗਲੇ ਨੂੰ ਤਾਂ ਚੁਭੂਗਾ ਹੀ ਨਾ। ਇਹ ਉਹਨਾਂ ਦਾ ਹੋ ਸਕਦਾ ਉਹਨਾਂ ਲਈ ਇਹ ਖੁਸ਼ੀ ਵਾਲੀ ਗੱਲ ਹੋਵੇ ਜਿਨ੍ਹਾਂ ਨੇ, ਕਿਉਂਕਿ ਬਾਈ ਪ੍ਰਗਟ ਨੇ ਜਦੋਂ ਇਹ ਨਾਵਲ ਲਿਖਿਆ ਤਾਂ ਉਹ ਲੋਕਾਂ ਨੂੰ, ਉਹਨਾਂ ਨੂੰ ਮਿਲਿਆ, ਉਹਨਾਂ ਦੇ ਵਿੱਚ ਰਿਹਾ। ਉਹਨਾਂ ਨੇ ਘਰੇ ਬੈਠ ਕੇ ਨਹੀਂ ਇਹ ਨਾਵਲ ਲਿਖਿਆ, ਉਹਨਾਂ ਦੇ ਵਿੱਚ ਰਹਿ ਕੇ ਲਿਖਿਆ। ਤਾਂ ਉਹਨਾਂ ਨੇ ਵਿੱਚ ਰਹਿ ਕੇ ਲਿਖਵਾਇਆ, ਤਾਂ ਮਤਲਬ ਕਿਤੇ ਨਾ ਕਿਤੇ ਆਪਦਾ ਦਰਦ ਦੱਸਣਾ ਚਾਹੁੰਦੇ। ਸਤੀ, ਸਵਾਲ ਬੜਾ ਸਿੱਧਾ ਜਿਹਾ ਕਿ ਦਰਸ਼ਕਾਂ ਨੂੰ ਕਿਹੜੇ ਮੂੰਹ ਦੇ ਨਾਲ ਜਾਂ ਕਿਹੜੇ ਸ਼ਬਦਾਂ ਦੇ ਨਾਲ ਕਹੋਗੇ ਕਿ ਹਾਂ ਮੇਰੀ ਇਹ ਵੈਬ ਸੀਰੀਜ਼ ਵੇਖੋ? ਜੀ, ਮੈਂ ਦਰਸ਼ਕਾਂ ਨੂੰ ਸਿਰਫ ਇਹੀ ਗੱਲ ਕਹਿਣਾ ਚਾਹੂੰਗਾ ਕਿ ਇਹ ਕੋਈ ਵਿਸ਼ਾ ਘੜਿਆ ਕਢਾਇਆ ਨਹੀਂ। ਇਹ ਲਾਇਬ੍ਰੇਰੀ ਦੇ ਵਿੱਚ ਇੱਕ ਨਾਵਲ ਦੇ ਉੱਤੇ ਬੇਸਡ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਇਹ ਪੜ੍ਹਿਆ ਹੋਇਆ ਨਾਵਲ ਹੈ। ਜੇ ਇਹਦੇ ਪ੍ਰਤੀ ਕੋਈ ਇੰਨੀ ਨੈਗੇਟਿਵਿਟੀਜ਼ ਹੁੰਦੀ ਤਾਂ ਲੋਕ ਪਹਿਲਾਂ ਹੀ ਕਹਿ ਦਿੰਦੇ ਯਾਰ ਵੀ ਇਹ ਨਾਵਲ ਨੂੰ ਚੁਕਾ ਦਿਓ ਜਾਂ ਇਹਦੇ ਨਾਵਲ ਦੇ ਪ੍ਰਤੀ ਕੁਛ ਇੱਦਾਂ ਦਾ ਵਿਰੋਧ ਅਖਤਿਆਰ ਕਰ ਦਿਓ, ਪਰ ਇਹ ਕੁਛ ਨਹੀਂ ਹੋਇਆ। ਬਹੁਤ ਸਾਰੇ ਜਿੰਨੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਨੇ ਇਹ ਚੀਜ਼ਾਂ ਐਗਰੀ ਕੀਤੀਆਂ, ਕਿਤੇ ਨਾ ਕਿਤੇ ਉਹ ਕਹਿੰਦੇ ਵੀ ਇਹ ਚੀਜ਼ ਆਉਣੀ ਚਾਹੀਦੀ। ਅਤੇ ਸਾਡੀਆਂ ਲਾਇਬ੍ਰੇਰੀਆਂ ਦੇ ਵਿੱਚ ਬਹੁਤ ਸਾਰੇ ਵਿਸ਼ੇ ਇੱਦਾਂ ਦੇ ਪਏ ਆ ਜਿਹੜੇ ਕਿਸੇ ਡਾਇਰੈਕਟਰ ਜਾਂ ਰਾਈਟਰ ਜਾਂ ਜੋ ਫਿਲਮ ਮੇਕਰ ਆ ਉਹ ਨਹੀਂ ਛੇੜ ਪਾਏ। ਕਿਤੇ ਨਾ ਕਿਤੇ ਉਹਨਾਂ ਦੀ ਬਜਟ ਦੀ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਕੋਈ ਪ੍ਰੋਡਿਊਸਰ ਨਹੀਂ ਮਿਲਦਾ ਜਾਂ ਕੁਛ ਵੀ ਹੈ, ਅਤੇ ਅਸੀਂ ਬੇਸ਼ੱਕ ਇਹ YouTube 'ਤੇ ਲਿਆ ਰਹੇ ਹਾਂ। ਤਾਂ ਕਿਤੇ ਨਾ ਕਿਤੇ ਕਿਤਾਬ ਦੇ ਨਜ਼ਰੀਏ ਤੋਂ, ਉਹਨਾਂ ਲੋਕਾਂ ਦੇ ਨਜ਼ਰੀਏ ਤੋਂ ਇੱਕ ਵਾਰ ਜ਼ਰੂਰ ਦੇਖਿਓ। ਮੈਂ ਇਹ ਕਹਿੰਦਾ ਵੀ ਜੇ ਤੁਸੀਂ ਦੇਖਦੇ ਹੋ, ਤੁਹਾਨੂੰ ਪਹਿਲਾ ਐਪੀਸੋਡ ਵਧੀਆ ਲੱਗਦਾ, ਠੀਕ ਹੈ, ਸੈਕਿੰਡ ਭਾਵੇਂ ਬੇਸ਼ੱਕ ਨਾ ਦੇਖਿਓ, ਪਰ ਮੈਨੂੰ ਨਹੀਂ ਲੱਗਦਾ ਤੁਸੀਂ ਪਹਿਲਾਂ ਦੇਖਣ ਤੋਂ ਬਾਅਦ ਸੈਕਿੰਡ ਨਾ ਦੇਖੋਗੇ। ਅਤੇ ਜੇ ਤੁਸੀਂ ਇਹ ਦੇਖਦੇ ਹੋ ਇਹਨੂੰ, ਠੀਕ ਹੈ, ਪਹਿਲੇ ਐਪੀਸੋਡ ਦੇ ਵਿੱਚ ਹੀ ਤੁਹਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਕੋਟੇਸ਼ਨਾਂ, ਬਹੁਤ ਸਾਰਿਆਂ ਦੇ ਮੋਟੀਵੇਸ਼ਨਲ ਡਾਇਲੋਗ ਤੁਹਾਨੂੰ ਮਿਲ ਜਾਣਗੇ। ਜਿੱਥੋਂ ਤੱਕ ਗਾਲਾਂ ਦੀ ਗੱਲ ਹੈ, ਗਾਲਾਂ ਸਿਰਫ ਓਨੀਆਂ ਹੀ ਆ ਜਿੰਨੀਆਂ ਨਾਰਮਲ ਤੁਸੀਂ ਸੁਣਦੇ ਹੋ ਜਾਂ ਕੱਢਦੇ ਹੋ। ਇਹ ਤੁਹਾਨੂੰ ਨਵੀਂ ਗਾਲ ਇਹਦੇ 'ਚ ਕੋਈ ਨਹੀਂ ਮਿਲਣੀ। ਸਤੀ, ਤੁਹਾਡਾ ਬਾਰ-ਬਾਰ ਇਹੀ ਕਹਿਣਾ ਹੈ ਵੀ ਇੱਕ ਨਾਵਲ ਦੇ ਉੱਤੇ ਬੇਸਡ ਮੈਂ ਇਹ ਵੈਬ ਸੀਰੀਜ਼ ਬਣਾਈ ਆ ਜੀ। ਤੁਹਾਨੂੰ ਨਹੀਂ ਲੱਗਦਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਵੀ ਉਹ ਜੇ ਕਿਤਾਬ ਦੇ ਰੂਪ 'ਚ ਪਈਆਂ ਨੇ, ਜੀ, ਜਿਹਨੂੰ ਲੋੜ ਹੋਊਗੀ ਜੀ, ਉਹ ਕਿਤਾਬ ਜਾ ਕੇ ਪੜ੍ਹ ਲੂਗਾ? ਕਿਉਂਕਿ ਇਲੈਕਟ੍ਰੋਨਿਕ ਮੀਡੀਆ ਜਿਹੜਾ ਨਾ, ਇਹ ਜਿਹੜੇ ਲੋਕਾਂ ਤੱਕ ਉਹ ਚੀਜ਼ ਨਹੀਂ ਵੀ ਪਹੁੰਚਣੀ ਚਾਹੀਦੀ ਹੁੰਦੀ, ਉੱਥੇ ਜਾ ਕੇ ਵੀ ਅਸਰ ਕਰਦਾ। ਇਹ ਤਾਂ ਜੀ ਉਹ ਗੱਲ ਹੋ ਗਈ ਵੀ ਬਹੁਤ ਸਾਰੀਆਂ ਜੜੀਆਂ ਬੂਟੀਆਂ ਜੰਗਲਾਂ 'ਚ ਪਈਆਂ, ਜੇ ਕਿਸੇ ਨੂੰ ਰੋਗ ਹੈ ਤਾਂ ਉਹ ਆਪੇ ਜਾ ਕੇ ਲੱਭ ਲੂਗਾ। ਇਹ ਹੱਕ ਵੈਦਾਂ ਦਾ ਹੁੰਦਾ ਜੀ, ਵੀ ਉਹਨਾਂ ਨੇ ਉਹ ਜੜੀ ਬੂਟੀ ਲੱਭਣੀ ਹੈ ਤਾਂ ਉਹਨੇ ਦੱਸਣਾ ਵੀ ਇਹ ਰੋਗ ਦੀ ਇਹ ਦਵਾ। ਸੋ ਅਸੀਂ ਆਸ ਇਹੀ ਕਰਦੇ ਹਾਂ ਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਕਿਸੇ ਹੱਦ ਤੱਕ ਇਹਦੇ ਵਿੱਚ ਉਹ ਸਭ ਕੁਝ ਵਿਖਾਇਆ ਗਿਆ ਜਿਹੜਾ ਟ੍ਰੇਲਰ ਦੇ ਵਿੱਚ ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ। ਬਾਕੀ ਦਰਸ਼ਕ ਜਿਹੜੇ ਨੇ ਉਹ ਅਸਲ ਦੇ ਵਿੱਚ ਉਹਨਾਂ ਦੀ ਜੱਜਮੈਂਟ ਜਿਹੜੀ ਆ ਉਹ ਆਖਰੀ ਹੁੰਦੀ ਆ। ਤੁਸੀਂ ਨੇ ਤੈਅ ਕਰਨਾ ਆ ਕਿ ਇਹ ਚੀਜ਼ਾਂ ਦੀ ਸਾਡੇ ਸਮਾਜ ਦੇ ਵਿੱਚ ਲੋੜ ਹੈ ਜਾਂ ਨਹੀਂ ਹੈ। ਸਤੀ ਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੁਹਾਡਾ ਕੋਈ ਮਸ਼ਵਰਾ ਹੈ, ਤੁਹਾਡਾ ਕੋਈ ਸਵਾਲ ਹੈ ਤਾਂ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਉਹਨਾਂ ਦਾ ਜਵਾਬ ਤੁਹਾਡੇ ਤੱਕ ਪਹੁੰਚਦੇ ਕਰ ਸਕੀਏ। ਸੋ ਸਤੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕੀਤੀ। ਮਿਹਰਬਾਨੀ। ਬਹੁਤ ਬਹੁਤ